ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਤੁਹਾਡਾ ਆਪਣਾ ਭਰਾ ਵਿਕਰਮ। ਪ੍ਰਭੂ ਯਿਸੂ ਮਸੀਹ ਦਾ ਇੱਕ ਛੋਟਾ ਜਿਹਾ ਬਚਨ ਜੋ ਮਨ ਪਰਾਉ 'ਤੇ ਹੈ, ਜਿਸ ਦੇ ਬਾਰੇ ਕੱਲ੍ਹ ਮੈਂ ਇੱਕ ਆਪਣੇ ਦੋਸਤ ਦੇ ਨਾਲ ਗੱਲ ਕਰਦਾ ਸੀ। ਜਦੋਂ ਉਸਨੇ ਉਹ ਮੇਰੀ ਜੋ ਮਨ ਪਰਾਉ ਵਾਲੀ ਗੱਲ ਆ ਸਮਝੀ ਨਹੀਂ, ਤਾਂ ਪ੍ਰਭੂ ਨੇ ਮੈਨੂੰ ਕੁਝ ਲਫ਼ਜ਼ ਦਿੱਤੇ ਜਿਸ ਨੂੰ ਮੈਂ ਗੀਤਾਂ ਦੇ ਵਿੱਚ ਬਿਆਨ ਕੀਤਾ। ਸੋ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ। ਸੋ ਲਿਖਿਆ ਹੈ, ਵੇ ਤੂੰ ਪੱਥਰਾਂ 'ਚ ਡੋਲਦਾ ਕਿਉਂ ਫੇਰੇ ਰੱਬ ਨੂੰ, ਪੇੜ ਪੌਦੇ ਜਾਨਵਰ ਪੂਜਦਾ ਏ ਸਭ ਨੂੰ। ਵੇ ਤੂੰ ਪੱਥਰਾਂ 'ਚ ਡੋਲਦਾ ਕਿਉਂ ਫੇਰੇ ਰੱਬ ਨੂੰ, ਪੇੜ ਪੌਦੇ ਜਾਨਵਰ ਪੂਜਦਾ ਏ ਸਭ ਨੂੰ। ਉਹਦੀ ਕੀਤੀ ਕੁਰਬਾਨੀ ਨੂੰ ਤੁਸੀਂ ਜਾਣਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ। ਸੋ ਇਹ ਜੋ ਪਹਿਲਾ ਪਹਿਰਾ ਸੀਗਾ ਗੀਤ ਦਾ, ਜਿਹਦੇ ਵਿੱਚ ਮੈਂ ਬਿਆਨ ਕੀਤਾ ਕਿ ਕਿਸ ਤਰ੍ਹਾਂ ਇੱਕ ਇਨਸਾਨ ਹੈ ਜੋ ਸੱਚੇ ਪਰਮੇਸ਼ਵਰ ਨੂੰ ਛੱਡ ਕੇ ਉਹ ਪੱਥਰਾਂ ਦੇ ਵਿੱਚ ਰੱਬ ਨੂੰ ਟੋਲਦਾ ਫਿਰਦਾ, ਪੇੜ ਪੌਦੇ ਜਾਨਵਰਾਂ ਤੱਕ ਦੀ ਪੂਜਾ ਕਰਦਾ, ਜਿਸ ਦੇ ਵਿੱਚ ਪਰਮੇਸ਼ਵਰ ਨੇ ਸ਼ੁਰੂ ਤੋਂ ਹੀ ਉਤਪਤੀ ਦੇ ਚੈਪਟਰ ਉਹਦੇ ਵਿੱਚ ਆਪਾਂ ਨੂੰ ਸਮਝਾ ਦਿੱਤਾ ਕਿ ਅਸੀਂ ਇਹ ਚੀਜ਼ਾਂ ਜਾਨਵਰ, ਪੇੜ ਪੌਦੇ ਜਾਂ ਧਰਤੀ 'ਤੇ ਰਿੰਗਣ ਵਾਲੀਆਂ, ਉੱਡਣ ਵਾਲੀਆਂ, ਰੁੜਨ ਵਾਲੀਆਂ, ਪਾਣੀ ਵਿੱਚ ਰਹਿਣ ਵਾਲੀਆਂ ਜਾਂ ਉੱਪਰ ਆਕਾਸ਼ ਦੀਆਂ ਸ਼ਕਤੀਆਂ ਦੀ ਅਸੀਂ ਕੀ ਆ ਪੂਜਾ ਨਹੀਂ ਕਰ ਸਕਦੇ। ਜਿਹੜੀ ਮਹਿਮਾ ਦੇਣੀ ਹੈ ਸੱਚੇ ਪਰਮੇਸ਼ਵਰ ਨੂੰ ਦੇਣੀ ਆ। ਸੋ ਅੱਗੇ ਲਿਖਿਆ ਕਿ ਉਹ ਬੰਦਾ ਕੀ ਕਰਦੇ, ਅਸੀਂ ਲੋਕ ਦੇਖਦੇ ਹਾਂ ਕਿ ਪਰਮੇਸ਼ਵਰ ਦੀ ਕੀਤੀ ਕੁਰਬਾਨੀ ਨੂੰ ਤੁਛ ਜਾਣਦੇ ਹਾਂ, ਅਤੇ ਕਿਉਂਕਿ ਸਾਨੂੰ ਰਾਸਤਾ ਹੀ ਨਹੀਂ ਪਤਾ ਹੈਗਾ ਅਸੀਂ ਰਾਹ ਕਿਹੜੇ ਜਾਣਾ। ਸੋ ਅੱਗੇ ਅਗਲਾ ਜੋ ਪਹਿਰਾ ਲਿਖਿਆ ਉਹਦੇ ਵਿੱਚ ਲਿਖਿਆ ਮੈਂ, ਉਹਨੇ ਲਹੂ ਨੂੰ ਬਹਾ ਕੇ ਸੱਚਾ ਰਾਸਤਾ ਬਣਾਇਆ, ਪਾਪੀ ਮਨਾਂ ਨੂੰ ਫਿਰਾਓ ਸਮਾਂ ਅੰਤ ਵਾਲਾ ਆਇਆ, ਪਾਪੀ ਮਨਾਂ ਨੂੰ ਫਿਰਾਓ ਸਮਾਂ ਅੰਤ ਵਾਲਾ ਆਇਆ। ਇੱਕੋ ਬਚਿਆ ਤਰੀਕਾ ਪਾਪੀ ਕੰਧ ਢਾਉਣ ਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਤੂੰ ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ। ਸੋ ਜੋ ਇਹ ਜੋ ਵਿਆਖਿਆ ਹੈ ਇਹਦੀ ਇੱਦਾਂ ਹੈ ਕਿ ਜੋ ਪਰਮੇਸ਼ਵਰ ਯਿਸੂ ਮਸੀਹ ਨੇ ਆਪਣਾ ਲਹੂ ਬਹਾ ਕੇ, ਸੱਚਮੁੱਚ ਉਸ ਨੇ ਆਪਣਾ ਲਹੂ ਬਹਾ ਕੇ ਇੱਕ ਸੱਚਾ ਰਸਤਾ ਬਣਾਇਆ, ਅਤੇ ਬਸ ਉਹ ਗੱਲ ਬਚੀ ਕੀ ਹੈ, ਪਾਪੀ ਮਨਾਂ ਨੂੰ ਫਿਰਾਓ ਸਮਾਂ ਅੰਤ ਵਾਲਾ ਆਇਆ। ਠੀਕ ਹੈ, ਉਹਨੇ ਲਹੂ ਨੂੰ ਬਹਾ ਕੇ ਸੱਚਾ ਰਾਸਤਾ ਬਣਾਇਆ, ਪਾਪੀ ਮਨਾਂ ਨੂੰ ਫਿਰਾਓ ਸਮਾਂ ਅੰਤ ਵਾਲਾ ਆਇਆ। ਕਿਉਂਕਿ ਜੋ ਲਹੂ ਬਹਾਇਆ ਵਾ ਉਹ ਪਾਪਾਂ ਲਈ ਬਹਾਇਆ ਗਿਆ, ਅਤੇ ਉਹ ਮਨ ਫਿਰਾਉਣਾ ਪੈਣਾ ਆ ਕਿ ਸਾਡੇ ਲਈ ਉਹਨੇ ਲਹੂ ਬਹਾਇਆ, ਅਸੀਂ ਆਪਣਾ ਮਨ ਫਿਰਾਉਂਦੇ ਹਾਂ। ਅਤੇ ਅੱਗੇ ਲਿਖਿਆ ਇੱਕੋ ਬਚਿਆ ਤਰੀਕਾ ਪਾਪੀ ਕੰਧ ਢਾਉਣ ਦਾ। ਉਹ ਤਰੀਕਾ ਕੀ ਆ? ਮਨ ਫਿਰਾਓ। ਕਿਉਂਕਿ ਯਿਸੂ ਮਸੀਹ ਜਦੋਂ ਬਚਨ ਦੱਸਦਾ ਹੈ ਕਿ ਜਦੋਂ ਉਹ ਜੰਗਲ ਦੇ ਵਿੱਚ 40 ਦਿਨ ਦੀ ਪ੍ਰਤਿੱਗਿਆ ਤੋਂ ਬਾਅਦ, 40 ਦਿਨ ਦੀ ਫਾਸਟਿੰਗ ਤੋਂ ਬਾਅਦ, ਉਹ ਸ਼ੈਤਾਨ ਤੋਂ ਪਰਤਾਉਣ ਹੋਣ ਤੋਂ ਬਾਅਦ ਜਦੋਂ ਵਾਪਸ ਆਇਆ, ਤਾਂ ਉਹਨੇ ਸਭ ਤੋਂ ਪਹਿਲਾਂ ਹੀ ਪ੍ਰਚਾਰ ਕੀਤਾ ਮਨ ਫਿਰਾਓ, ਕਿਉਂਕਿ ਅੰਤ ਦਾ ਸਮਾਂ ਨੇੜੇ ਹੈ, ਸਵਰਗ ਦਾ ਰਾਜ ਆ ਰਿਹਾ। ਉਹ ਕਹਿੰਦਾ ਕਿ ਇੱਕੋ ਬਚਿਆ ਤਰੀਕਾ ਪਾਪੀ ਕੰਧ ਢਾਉਣ ਦਾ। ਸੋ ਸਾਡੇ ਕੋਲ ਸਿਰਫ ਇੱਕ ਹੀ ਤਰੀਕਾ ਬਚਿਆ ਆ, ਮਨ ਫਿਰਾਓ, ਜੋ ਪਰਮੇਸ਼ਵਰ ਸਾਨੂੰ ਆਪਣੇ ਨਾਲ ਆਪਣੀ ਦੁਲਹਨ ਦੇ ਰੂਪ ਦੇ ਵਿੱਚ ਲੈ ਜਾਵੇ। ਸੋ ਅੱਗੇ ਲਿਖਿਆ, ਪਾਪ ਛੱਡਣਾ ਨਾ ਚਾਵੇ, ਮੱਥਾ ਬਹੁਤਿਆਂ ਨਾ ਲਾਵੇ, ਤੇਰੇ ਦਿੱਤੇ ਚੜਾਵੇ ਸੱਚੇ ਰੱਬ ਨੂੰ ਨਾ ਭਾਵੇ, ਤੇਰੇ ਦਿੱਤੇ ਚੜਾਵੇ ਸੱਚੇ ਰੱਬ ਨੂੰ ਨਾ ਭਾਵੇ। ਖੁਸ਼ੀ ਪਲ ਦੀ ਬਚੀਏ ਸਮਾਂ ਆਉਂਦਾ ਜਾਣਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਤੂੰ ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ। ਸੋ ਜੋ ਇਹ ਜੋ ਲਿਖਿਆ ਹੈ ਇਹ ਇੱਦਾਂ ਹੈ ਕਿ
ਪਰਮੇਸ਼ਵਰ ਦਾ ਬਚਨ ਕਹਿੰਦਾ ਹੈ ਕਿ ਪਾਪ ਛੱਡਣਾ ਨਾ ਚਾਹਵੇ, ਮੱਥਾ ਬਹੁਤਿਆਂ ਨਾ ਲਾਵੇ, ਤੇਰੇ ਦਿੱਤੇ ਇਹ ਚੜਾਵੇ, ਸੱਚੇ ਰੱਬ ਨੂੰ ਨਾ ਪਾਵੇ। ਜਿਸ ਤਰ੍ਹਾਂ ਕਿ ਦਾਊਦ ਵੀ ਆਪਣੇ ਭਜਨਾਂ 'ਚ ਕਹਿੰਦਾ ਹੈ ਕਿ ਪ੍ਰਭੂ ਜਿਹੜਾ ਮੈਂ ਪਾਪ ਕੀਤਾ ਹੈ, ਅਗਰ ਮੈਂ ਉਹਦੇ ਲਈ ਵੱਡੇ ਵੱਡੇ ਚੜਾਵੇ ਚੜਾਵਾਂ, ਜਿੱਦਾਂ ਕਿ ਇਹਦੇ ਕੋਲ ਬੈਲ ਬੱਕਰੀਆਂ ਹਰ ਇੱਕ ਚੀਜ਼ ਸੀਗੀ, ਪੈਸਾ ਧਨ ਦੌਲਤ ਸਭ ਸੀਗਾ, ਤਾਂ ਉਹਨੂੰ ਪਤਾ ਲੱਗਾ, ਪਰਮੇਸ਼ਵਰ ਨੇ ਮਨ 'ਚ ਪਾਇਆ ਕਿ ਇਹ ਸਭ ਵਿਅਰਥ ਆ, ਕਿਉਂਕਿ ਪਰਮੇਸ਼ਵਰ ਦਾ ਕੀ ਚੜਾਵਾ ਗਿਆ, ਟੁੱਟਾ ਹੋਇਆ ਅਜੀਜ਼ ਮਨ। ਪਰਮੇਸ਼ਵਰ ਬਲੀ ਬੱਕਰਿਆਂ ਤੋਂ ਜਾਂ ਚੜਾਵਿਆਂ ਤੋਂ ਕੁਛ ਨਹੀਂ ਆ। ਪਰ ਅੱਜ ਦਾ ਇਨਸਾਨ ਕੀ ਕਰਦਾ, ਉਹ ਪਾਪ ਛੱਡਣਾ ਨਹੀਂ ਚਾਹੁੰਦਾ, ਹਰੇਕ ਜਗ੍ਹਾ ਮੱਥੇ ਟੇਕਦਾ, ਕਿ ਉਹਨੂੰ ਲੱਗਦਾ ਕਿ ਸ਼ਾਇਦ ਮੇਰੇ ਪਾਪ ਮਾਫ ਹੋ ਜਾਣ, ਮੈਂ ਸੱਚੇ ਰੱਬ ਨੂੰ ਇੱਕ ਜਿੱਦਾਂ ਐਗਰੀਮੈਂਟ ਨਹੀਂ ਪਾਸ ਕਰ ਲੈਂਦੇ ਕਿ ਉਹ ਆਹ ਲੈ ਫੜ, ਆਪਾਂ ਤੈਨੂੰ ਆਹ ਲੱਡੂ ਦੇ ਦਿੱਤੇ, ਪ੍ਰਸ਼ਾਦ ਦੇ ਦਿੱਤਾ, ਅਤੇ ਸ਼ਾਇਦ ਉਹ ਰੱਬ ਸਾਡੀਆਂ ਪਾਪਾਂ ਤੋਂ ਸਾਨੂੰ ਛੁਟਕਾਰਾ ਦੇ ਦੇਵੇਗਾ। ਪਰ ਇਹ ਨਹੀਂ ਆ। ਲਿਖਿਆ ਕਿ ਖੁਸ਼ੀ ਪਲ ਦੀ ਬਚੀਏ, ਖੁਸ਼ੀ ਪਲ ਦੀ ਬਚੀਏ, ਸਮਾਂ ਆਉਂਦਾ ਜਾਣਦਾ, ਕਿ ਸਮਾਂ ਬੜਾ ਨਿਕਟਾ, ਮਤਲਬ ਕਿ ਇੱਕ ਨਾ ਇੱਕ ਦਿਨ ਇਹ ਸਰੀਰ ਸਾਨੂੰ ਛੱਡਣਾ ਹੀ ਪੈਣਾ ਆ, ਅਤੇ ਇਹ ਰਾਹ ਜਿਹੜਾ ਜਾਣ ਵਾਲਾ ਉਹ ਸਾਨੂੰ ਪਤਾ ਨਹੀਂ ਹੈਗਾ। ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਕਿ ਭੀੜਾ ਉਹ ਰਾਹ ਜਿਹੜਾ ਸਵਰਗ ਵੱਲ ਜਾਂਦਾ ਹੈ, ਪਰ ਜਿਹੜਾ ਖੁੱਲ੍ਹਾ ਰਾਸਤਾ ਹੈ ਉਹ ਸਾਨੂੰ ਨਰਕ ਵੱਲ ਲੈ ਕੇ ਜਾਂਦਾ। ਉਹਦੇ ਵਿੱਚ ਹਰ ਇੱਕ ਦੇਵੀ ਦੇਵਤਾ ਜੋ ਮਰਜ਼ੀ ਕਰੋ ਤੁਸੀਂ, ਸਾਨੂੰ ਸਭ ਕੁਛ ਇਹ ਮਿਲਦਾ ਵੀ ਜਾਣਾ ਆ। ਤੁਸੀਂ ਮੱਥੇ ਟੇਕੀ ਜਾਓ, ਤੁਹਾਨੂੰ ਤੁਹਾਡੀਆਂ ਬਲੈਸਿੰਗਸ ਵੀ ਸ਼ਾਇਦ ਉਹ ਸ਼ੈਤਾਨ ਦਿੰਦਾ ਰਹਿੰਦਾ ਆ। ਕੁਝ ਕੁ ਗੱਲਾਂ ਹੁੰਦੀਆਂ ਆ ਕਿ ਸਾਨੂੰ, ਤਾਂ ਕਿ ਸਾਨੂੰ ਪਰਮੇਸ਼ਵਰ ਜੋ ਸੱਚਾ ਪਰਮੇਸ਼ਵਰ ਆ ਉਹਦੇ ਰਾਸਤੇ ਸਾਨੂੰ ਉਹ ਜਾਵੇ ਨਾ ਬੰਦਾ, ਇੱਦਾਂ ਉਹ ਸਾਨੂੰ ਰੋਕਦਾ ਆ। ਕਈ ਕੰਮ ਤਾਂ ਸਾਡੇ ਆਪ ਹੀ ਬਣ ਜਾਂਦੇ, ਅਤੇ ਅਸੀਂ ਕੀ ਕਰਦੇ ਹਾਂ ਵੀ ਮੈਂ ਉੱਥੇ ਸੁੱਖਣਾ ਸੁੱਖੀ ਸੀਗੀ, ਸ਼ਾਇਦ ਉੱਥੇ ਤਾਂ ਕੰਮ ਬਣ ਗਿਆ। ਇਹ ਸਭ ਸਾਡਾ ਸਮਾਂ ਵੇਸਟ ਹੋ ਰਿਹਾ, ਸਮਾਂ ਵੇਸਟ ਕਰ ਰਿਹਾ ਸੀ। ਅੱਗੇ ਲਿਖਿਆ, ਜੈਸੂ ਆਖੇ ਭਾਂਡਾ ਧੋਣਾ, ਪਹਿਲਾਂ ਅੰਦਰ ਤੋਂ ਪੈਣਾ, ਦਿਖੇ ਬਾਰੋਂ ਬਾਰੋਂ ਚੰਗਾ ਬੁਰਾ, ਅੰਦਰੋਂ ਇਹ ਰਹਿਣਾ, ਦਿਖੇ ਬਾਰੋਂ ਬਾਰੋਂ ਚੰਗਾ ਬੁਰਾ, ਅੰਦਰੋਂ ਇਹ ਰਹਿਣਾ। ਉਹਦਾ ਲਹੂ ਰਾਸ ਤਾਏ, ਲਹੂ ਰਾਸ ਤਾਏ, ਪਾਪ ਨੂੰ ਮਿਟਾਉਣ ਦਾ, ਉਹ ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਤੂੰ ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ। ਯਿਸੂ ਮਸੀਹ ਆਪਣੇ ਬਚਨਾਂ ਦੇ ਵਿੱਚ ਕਹਿੰਦੇ ਕਿ ਭਾਂਡੇ ਨੂੰ ਪਹਿਲਾਂ ਅੰਦਰੋਂ ਧੋਣਾ ਪੈਣਾ ਆ। ਅਗਰ ਅੰਦਰੋਂ ਭਾਂਡਾ ਗੰਦਾ ਆ ਤਾਂ ਉਹ ਫਿਰ ਉਹਦਾ ਧੋਣ ਦਾ ਕੋਈ ਫਾਇਦਾ ਨਹੀਂ। ਬਾਹਰੋਂ ਬਾਹਰੋਂ ਜਿੱਦਾਂ ਅੱਜ ਦੇਖਦੇ ਆ ਕਿ ਲੋਕ ਇਹ ਤੀਰਥ ਸਥਾਨਾਂ ਦੇ ਉੱਤੇ ਬੈਠੇ ਆ, ਉਹ ਬਾਹਰੋਂ ਤਾਂ ਕੁਝ ਹੋਰ ਦਿਖਦੇ ਆ, ਪਰ ਅੰਦਰੋਂ ਉਹ ਪਰਮੇਸ਼ਵਰ ਦੇ ਖਿਲਾਫ ਆ। ਉਹ ਕੋਈ ਮੂਰਤੀ ਪੂਜਾ ਕਰਾਈ ਜਾਂਦਾ, ਕੋਈ ਸੱਪ ਦੀ ਪੂਜਾ ਕਰਾਈ ਜਾਂਦਾ ਹੈ, ਕੋਈ ਮੋਰ ਦੀ ਕਰਾਈ ਜਾਂਦਾ, ਕੋਈ ਆਪਣੇ ਆਪ ਨੂੰ ਰੱਬ ਦੱਸੀ ਜਾਂਦਾ, ਕੋਈ ਝਾਂਜਰਾਂ ਪਾ ਕੇ ਬੈਠਾ ਆ ਪੀਰਾਂ ਦੀਆਂ ਜਗ੍ਹਾ 'ਤੇ ਮੈਂ ਦੇਖਦਾ ਆ, ਕੋਈ ਨੱਕ 'ਚ ਕੋਕਾ ਪਾ ਕੇ ਬੈਠਾ, ਕੁੜੀਆਂ ਵਾਲੇ ਬਸਤਰ ਪਾ ਕੇ, ਕਿਸੇ ਨੇ ਬੰਗਾਂ ਪਾਈਆਂ, ਕੁੜੀਆਂ ਨੂੰ ਮਹਿੰਦੀ ਲਾਈ ਜਾਂਦੇ। ਕੀ ਪਰਮੇਸ਼ਵਰ ਨੂੰ ਤੁਸੀਂ ਕ੍ਰੋਧ ਚੜ੍ਹਾ ਰਹੇ ਹੋ? ਸਾਨੂੰ ਪਰਮੇਸ਼ਵਰ ਨੇ ਕਿਹਾ ਕਿ ਔਰਤ ਔਰਤ ਬਣ ਕੇ ਰਵੇ ਅਤੇ ਮਰਦ ਮਰਦ ਬਣ ਕੇ ਰਵੇ। ਅਸੀਂ ਇੱਕ ਦੂਜੇ ਦੇ ਬਸਤਰਾਂ 'ਚ ਨਹੀਂ ਜਾ ਸਕਦੇ। ਚਲੋ ਆਪਾਂ ਨੂੰ ਇੰਨਾ ਤਾਂ ਸੋਚਣਾ ਚਾਹੀਦਾ ਕਿ ਅਸੀਂ ਤਾਂ ਸਮਝਦਾਰ ਹਾਂ। ਜੇ ਉਹ ਅਗਲਾ ਬੰਦਾ ਬੈਠਾ ਉਹ ਪੁੱਛਾਂ ਦੇਈ ਜਾਂਦਾ, ਅਸੀਂ ਉਹਨਾਂ ਦੇ ਮਗਰ ਤੁਰ ਪੈਂਦੇ ਹਾਂ। ਕਿ ਮੈਂ ਦੇਖਦਾ ਆਹ ਸੀਜ਼ਨ ਮੇਲਿਆਂ ਦਾ ਆ, ਤੁਸੀਂ ਦੇਖ ਲਿਓ ਆ ਸਾਡੇ ਨਵਾਂ ਸ਼ਹਿਰ ਦੇ ਵਿੱਚ ਕਰੀਹੇ 'ਚ ਮੇਲਾ ਹੋਇਆ, ਉੱਥੇ ਸੰਤ ਬੈਠਦੇ ਆ। ਅਤੇ ਤੁਸੀਂ ਜਲੰਧਰ ਦੇ ਵਿੱਚ ਨਕੋਦਰ ਦੇਖ ਲਓ। ਮੈਂ ਤਾਂ ਸ਼ਰੇਆਮ ਕਹਿੰਦਾ, ਮੈਨੂੰ ਇਹੋ ਜਿਹੇ ਸੰਤਾਂ ਦਾ ਮੈਨੂੰ ਕੋਈ ਡਰ ਨਹੀਂ ਹੈਗਾ, ਨਾ ਮੈਨੂੰ ਇੱਦਾਂ ਹੈ ਕਿ ਉਹ ਮੇਰੇ ਲਈ ਕੋਈ ਬਲਾ ਭੇਜ ਦੂੰਗੇ, ਮੈਨੂੰ ਉਹਨਾਂ ਦੀ ਬਲਾ ਦਾ ਕੋਈ ਡਰ ਨਹੀਂ। ਜੇ ਉਹਨਾਂ ਦੀ ਬਲਾ ਮੈਨੂੰ ਮੌਤ ਵੀ ਦੇ ਦੂੰਗੀ, ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਮੈਂ ਸੱਚ 'ਤੇ ਬੋਲਦਾ ਹਾਂ। ਕੋਈ ਸਮਾਂ ਸੀਗਾ ਅਸੀਂ ਵੀ ਮੇਲਿਆਂ 'ਤੇ ਜਾਂਦੇ ਸੀਗੇ, ਪਤਾ ਨਹੀਂ ਸੀਗਾ ਨਾ ਉਸ ਵੇਲੇ ਉਹ ਝਾਂਜਰਾਂ ਪਾ ਕੇ ਬੈਠੇ ਆ ਬਾਬੇ, ਉਹਨਾਂ ਨੂੰ ਮੱਥਾ ਟੇਕੀ ਜਾਂਦੇ ਸੀ, ਸਭ ਕੁਝ ਵਿਅਰਥ ਆ। ਸੱਚੇ ਪਰਮੇਸ਼ਵਰ ਨੇ ਆਪਣਾ ਲਹੂ ਬਹਾਇਆ, ਉਹਨੇ ਆਪਣਾ ਲਹੂ ਬਹਾ ਕੇ ਸਾਨੂੰ ਰਾਹ ਦਿਖਾਇਆ। ਫਿਰ ਵੀ ਅਸੀਂ ਉਸ ਰਾਸਤੇ 'ਤੇ ਚੱਲਣਾ ਨਹੀਂ ਚਾਹੁੰਦੇ। ਬਚਨ ਦੱਸਦਾ ਕਿ ਕੋਈ ਰਸਤਾ ਹੈ, ਸਿਰਫ ਇੱਕੋ ਹੀ, ਮਨ ਫਰਾਉਣ ਵਾਸਤੇ ਇੱਕੋ ਹੀ ਰਸਤਾ ਹੈ, ਉਹ ਹੈਗਾ ਲਹੂ ਦਾ ਰਾਹ। ਯਿਸੂ ਮਸੀਹ ਦਾ ਲਹੂ ਹੀ ਸਾਨੂੰ ਪਾਪਾਂ ਤੋਂ ਛੁਟਕਾਰਾ ਦਿੰਦਾ। ਅਤੇ ਜੇ ਲਹੂ ਦੀ ਵਿਆਖਿਆ ਆ ਉਹ ਬੜੀ ਲੰਬੀ ਆ, ਕਰੂਸ ਦੀ ਕਥਾ ਆ, ਬੜੀ ਲੰਬੀ ਆ, ਦਰਦਨਾਕ ਆ। ਉਹਦੇ ਵਾਸਤੇ ਉਤਪਤੀ ਤੋਂ ਲੈ ਕੇ ਲਾਸਟ ਯਿਸੂ ਮਸੀਹ ਦੇ ਜੀਵਨ ਤੱਕ ਦੀਆਂ ਗੱਲਾਂ ਬਾਤਾਂ ਨੂੰ ਤੁਹਾਨੂੰ ਜਾਣਨਾ ਪੈਣਾ। ਉਤਪਤੀ ਤੋਂ ਲੈ ਕੇ ਲਾਸਟ ਤੱਕ ਲੋਕ ਪੜ੍ਹਦੇ ਜ਼ਰੂਰ ਆ ਬਾਈਬਲ ਨੂੰ, ਅਤੇ ਪਤਾ ਨਹੀਂ ਲੱਗਦਾ ਹੈਗਾ, ਕਿਉਂਕਿ ਉਹ ਜਿਹੜਾ ਸਾਡਾ ਪੁਰਾਣਾ ਜੀਵਨ ਆ ਸਾਡਾ ਪੁਰਾਣਾ ਨੇਮ, ਉਹ ਸਾਡੇ ਪੁਰਾਣੇ ਕਰਮ ਆ। ਜਿੱਦਾਂ ਕਿ ਉਹਦੇ ਵਿੱਚ ਵੀ ਕਈ ਇੱਦਾਂ ਦੇ ਵੀ ਗੁਨਾਹਗਾਰ ਇਨਸਾਨਾਂ ਨੂੰ ਦਿਖਾਲਿਆ ਗਿਆ, ਪਰ ਉਹ ਮਤਲਬ ਫਿਰ ਪਾਪ ਕਰਦੇ ਸੀ, ਫਿਰ ਸਹੀ ਹੋ ਜਾਂਦੇ ਸੀ, ਪਾਪ ਕਰਦੇ ਸੀ। ਕੁਝ ਲੋਕ ਇੱਦਾਂ ਦੇ ਵੀ ਆ ਜਿਹੜੇ ਵਿਚਾਰ ਕਰਦੇ ਸੀ, ਪਰ ਯਿਸੂ ਮਸੀਹ ਕੀ ਆ, ਹਰ ਇੱਕ ਪਾਪ ਦਾ ਛੁਟਕਾਰਾ। ਜਿਸ ਤਰ੍ਹਾਂ ਪ੍ਰਭੂ ਨੇ
ਔਰਤ ਨੂੰ ਜਿਹੜੀ ਵਿਚਾਰ ਕਰਦੀ ਹੋਈ ਫੜੀ ਗਈ, ਪ੍ਰਭੂ ਨੇ ਮਾਫ ਕੀਤਾ। ਪਰ ਪ੍ਰਭੂ ਨੇ ਇਹ ਵੀ ਗੱਲ ਕਹੀ, ਅਗਰ ਤੂੰ ਦੁਬਾਰਾ ਇਹ ਕਰਮ ਦੁਬਾਰਾ ਕਰੂਗੀ ਤਾਂ ਇਸ ਤੋਂ ਵੀ ਵੱਡਾ ਤੈਨੂੰ ਸਜ਼ਾ ਮਿਲੂਗੀ। ਸੋ ਮੈਂ ਨਾ ਲੰਬਾ ਨਾ ਕਰਦੇ ਹੋਏ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਅਗਲਾ ਪੈਰਾ ਲਿਖਿਆ ਹੈ, ਪਾਪੀ ਪੁੱਛਾਂ ਬਹਿ ਜੋ ਦੇਣ ਤੇਰੀ ਕਰੂੰ ਬਰਬਾਦੀ, ਜੈਸੂ ਨਾਸਰੀ ਬਿਨਾ ਨਾ ਤੈਨੂੰ ਮਿਲਣੀ ਆਜ਼ਾਦੀ, ਜੈਸੂ ਨਾਸਰੀ ਬਿਨਾ ਨਾ ਤੈਨੂੰ ਮਿਲਣੀ ਆਜ਼ਾਦੀ, ਉਹਦਾ ਬਚਨ ਨਿਰਾਲਾ, ਬਚਨ ਨਿਰਾਲਾ, ਪਾਪ ਜਾਵੇ ਛਾਣਦਾ, ਮੇਰਾ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ। ਸੋ ਜਿਹਦਾ ਅਰਥ ਹੈ ਕਿ ਬਹੁਤ ਸਾਰੇ ਬੈਠੇ ਪੰਡਤ ਆ ਪੁੱਛਾਂ ਦਿੰਦੇ ਆ, ਕੁਝ ਮੇਰੇ ਨਾਲ ਵੀ ਹਾਦਸੇ ਹੋਏ ਆ ਕਿ ਅਸੀਂ ਉਹਨਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕੀਤਾ। ਹਾਂ, ਜ਼ਰੂਰੀ ਆ ਕਿ ਬਚਨ ਦੇ ਵਿੱਚ ਇਹ ਵੀ ਲਿਖਿਆ, ਮੂਸਾ ਨੂੰ ਪਰਮੇਸ਼ਵਰ ਨੇ ਦੱਸਿਆ ਸੀਗਾ ਕਿ ਕੁਝ ਅਜਿਹੇ ਵੀ ਤੁਹਾਨੂੰ ਬੰਦੇ ਮਿਲਣੇ ਆ ਜਿਨ੍ਹਾਂ ਨੇ ਤੁਹਾਨੂੰ ਕੁਝ ਦੱਸਣਾ ਹੈ ਅਤੇ ਉਹ ਗੱਲ ਪੂਰੀ ਹੋ ਜਾਣੀ ਆ। ਕਹਿੰਦਾ ਵੀ ਤੁਸੀਂ ਮੈਨੂੰ ਛੱਡ ਕੇ ਉਹਨਾਂ ਦੇ ਪਿੱਛੇ ਨਾ ਜਾਇਓ, ਕਿਉਂਕਿ ਇਹ ਵੀ ਮੇਰੇ ਵੱਲੋਂ ਇੱਕ ਪਰਤਾਵਾ ਆ ਤੁਹਾਡੇ ਨਾਲ ਕਿ ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਆ। ਕਿਉਂਕਿ ਪਰਮੇਸ਼ਵਰ ਨੇ ਹੀ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਪਾਈ ਆ ਕਿ ਪ੍ਰਭੂ ਇਹ ਸਾਨੂੰ ਪਰਖਦਾ ਆ ਕਿ ਮੇਰੇ ਬੰਦੇ ਕਿੱਦਾਂ ਦੇ ਆ। ਆਪਣੇ ਬੰਦਿਆਂ ਨੂੰ ਪਰਖਣ ਵਾਸਤੇ ਇਹ ਜਿਹੜੇ ਉਹਨਾਂ ਨੇ ਤਾਂ ਸਜ਼ਾ ਖਾਣੀ ਹੈ, ਚਾਹੇ ਪੰਡਤ ਆ ਚਾਹੇ ਪੁੱਛਾਂ ਦਿੰਦੇ ਆ, ਕਿਉਂਕਿ ਜਿਹੜਾ ਕਰੈਕਟਰ ਆ ਨਾ, ਕਰੈਕਟਰ ਮਤਲਬ ਰੱਖਦਾ, ਨਾ ਕਿ ਇਹ ਕਿ ਕਿਸੇ ਦੇ ਦਿਲ ਦੀ ਗੱਲ ਨੂੰ ਬੁੱਝ ਲੈਣਾ। ਪ੍ਰੋਫੈਸੀ ਅੱਜ ਪਾਸਟਰ ਵੀ ਬਹੁਤ ਸਾਰੇ ਆ ਜੋ ਪ੍ਰੋਫੈਸੀਆਂ ਕਰਦੇ ਆ ਅਤੇ ਉਹ ਪ੍ਰੋਫੈਸੀਆਂ ਪੂਰੀਆਂ ਵੀ ਹੋ ਜਾਂਦੀਆਂ। ਸਿਰਫ ਇਹੀ ਨਹੀਂਗਾ ਕਿ ਪ੍ਰੋਫੈਸੀ ਪੂਰੀ ਹੋ ਗਈ ਤਾਂ ਉਹ ਸੱਚਾ ਬੰਦਾ ਆ। ਪਰਮੇਸ਼ਵਰ ਨੇ ਕਿਹਾ ਨਿਖਾਰ ਅੰਦਰੋਂ ਚਾਹੀਦਾ, ਨਾ ਕਿ ਬਾਹਰੋਂ। ਪ੍ਰਭੂ ਤਾਂ ਸਾਨੂੰ ਪਰਖਦਾ ਆ। ਕਈ ਵਾਰ ਹੁੰਦਾ ਪੁੱਛਾਂ ਦੇਣ ਵਾਲੇ ਆ ਜੋ ਉਹ ਸਾਡੀ ਗੱਲ ਪੂਰੀ ਹੋ ਜਾਂਦੀ ਆ। ਕੀ ਲਿਖਿਆ, ਪਾਪੀ ਪੁੱਛਾਂ ਬਹਿ ਜੋ ਦੇਣ ਤੇਰੀ ਕਰੂੰ ਬਰਬਾਦੀ, ਜੈਸੂ ਨਾਸ ਦੀ ਬਿਨਾ ਨਾ ਤੈਨੂੰ ਮਿਲਣੀ ਆਜ਼ਾਦੀ। ਬਰਬਾਦੀ ਕਿੱਦਾਂ ਕਰਦੇ ਹੋ? ਸਾਨੂੰ ਲੱਗਦਾ ਕਿ ਸ਼ਾਇਦ ਇਹੀ ਰੱਬ ਆ। ਅਸੀਂ ਮੂਰਤੀ ਪੂਜਾ ਦੇ ਪਿੱਛੇ ਪੈ ਜਾਂਦੇ ਆ, ਪ੍ਰਸ਼ਾਦ ਚੜਾ, ਕਦੀ ਪੰਡਤਾਂ ਦੇ ਕੋਲ ਜਾ, ਕਦੀ ਧਾਗੇ ਤਵੀਤ, ਪਤਾ ਨਹੀਂ ਕੀ ਕਰਦੇ ਆ, ਅਤੇ ਸਾਨੂੰ ਮਤਲਬ ਕਿ ਇਹ ਸਾਡੇ ਲਈ ਬਰਬਾਦੀ ਦਾ ਕਾਰਨ ਹੈ, ਕਿਉਂਕਿ ਸਾਨੂੰ ਸੱਚੇ ਪਰਮੇਸ਼ਵਰ ਦੇ ਕੋਲ ਜਾਣ ਤੋਂ ਮਨਾ ਕਰਦੇ ਆ। ਜੇ ਸਾਡੀਆਂ ਗੱਲਾਂ ਪੂਰੀਆਂ ਹੋ ਜਾਣੇ, ਸਾਨੂੰ ਸੁੱਖ ਮਿਲ ਜਾਣਾ, ਤਾਂ ਸਾਡਾ ਦਿਲ ਹੀ ਨਹੀਂ ਕਰਨਾ ਪਾਪ ਛੱਡਣ ਨੂੰ। ਯਿਸੂ ਮਸੀਹ ਤੋਂ ਬਿਨਾਂ ਸਾਨੂੰ ਕੋਈ ਵੀ ਚੀਜ਼ ਨਹੀਂ ਬਚਾ ਸਕਦੀ, ਕਿਉਂਕਿ ਅੱਜ ਜਦੋਂ ਅਸੀਂ ਯਿਸੂ ਨੂੰ ਜਾਣ ਲਿਆ, ਭਾਵੇਂ ਸਾਨੂੰ ਜਿੰਨਾ ਮਰਜ਼ੀ ਦੁੱਖ ਮਿਲ ਜਾਵੇ, ਸੁੱਖ ਮਿਲ ਜਾਵੇ, ਅਸੀਂ ਇਹੀ ਕਹਾਂਗੇ ਭਾਈ ਜਿੱਥੇ ਪਾਪ ਅਸੀਂ ਗੁਨਾਹ ਕੀਤਾ ਤਾਂ ਅਸੀਂ ਗੁਨਾਹਗਾਰ ਹਾਂ। ਸਾਡਾ ਆਤਮਾ, ਸਾਨੂੰ ਪਰਮੇਸ਼ਵਰ ਨੇ ਕਿਹਾ ਕਿ ਮੇਰਾ ਆਤਮਾ ਹੈ ਜਿਹੜਾ ਅੰਤ ਦੇ ਸਮੇਂ ਤੱਕ ਤੁਹਾਡੇ ਨਾਲ ਰਹੂਗਾ, ਅੰਤ ਤੱਕ। ਹੁਣ ਉਹ ਸਾਨੂੰ ਆਤਮਾ ਮਿਲ ਚੁੱਕਾ। ਕਈ ਵਾਰ ਮੈਂ ਦੇਖਦਾ ਕੁਝ ਪਾਸਟਰ ਕਹਿੰਦੇ ਜੀ ਲਓ ਜੀ ਇਹ ਤੁਸੀਂ ਗਲਤ ਕੰਮ ਕਰਦਾ, ਪਵਿੱਤਰ ਆਤਮਾ ਭੱਜ ਜਾਣਾ। ਪਵਿੱਤਰ ਆਤਮਾ ਕੋਈ ਕਬੂਤਰ ਆ ਜਾਂ ਪਵਿੱਤਰ ਆਤਮਾ ਕੋਈ ਸੱਪ, ਚਿੜੀ, ਬਿੱਲੀ ਆ ਕਿ ਉਹ ਭੱਜ ਜਾਣਾ? ਪਰਮੇਸ਼ਵਰ ਦਾ ਪਵਿੱਤਰ ਆਤਮਾ ਇੱਕ ਸੱਚਾਈ ਨੂੰ ਬਿਆਨ ਕੀਤਾ ਯਿਸੂ ਮਸੀਹ ਨੇ, ਜਿਹਨੂੰ ਅਸੀਂ ਜਾਣ ਲਿਆ ਸਦਾ ਵਾਸਤੇ, ਅਤੇ ਉਹ ਪਵਿੱਤਰ ਆਤਮਾ ਸਾਡੇ ਨਾਲ ਰਹਿੰਦਾ। ਹਾਂ, ਜ਼ਰੂਰੀ ਆ ਜਦੋਂ ਅਸੀਂ ਗਲਤ ਕੰਮ ਕਰਦੇ ਹਾਂ, ਸਾਨੂੰ ਪਵਿੱਤਰ ਆਤਮਾ ਦੱਸਦਾ ਆ ਸਾਡੇ ਅੰਦਰ ਦੀ ਉਹ ਸੱਚਾਈ ਨੂੰ, ਸਾਡੇ ਵੱਲ ਐ ਉਂਗਲ ਕਰਦਾ ਘੁਮਾ ਕੇ ਵੀ ਇਹ ਪਾਪ ਤੂੰ ਕੀਤਾ, ਜਾਂ ਅਸੀਂ ਇੱਦਾਂ ਅੱਗੇ ਨੂੰ ਕਰਦੇ ਵੀ ਇਹ ਪਾਪ ਤੂੰ ਕੀਤਾ ਹੈ। ਜਿਹਨੇ ਵੀ ਕੀਤਾ ਅਸੀਂ ਉਹਦੇ 'ਤੇ ਉਂਗਲ ਚੱਕਦੇ ਹਾਂ। ਪਰਮੇਸ਼ਵਰ ਦਾ ਆਤਮਾ ਦੱਸਦਾ ਗੁਨਾਹ ਚਾਹੇ ਅਸੀਂ ਕਰੀਏ ਜਾਂ ਗੁਨਾਹ ਅਗਲਾ ਕਰੇ, ਤਾਂ ਅਸੀਂ ਜਿਹੜਾ ਪਵਿੱਤਰ ਆਤਮਾ ਇਹ ਸਾਨੂੰ ਪਹਿਚਾਣ ਕਰਨੀ ਸਿਖਾਉਂਦਾ। ਸੋ ਐਡੀ ਗੱਲ ਨਹੀਂ ਕਿ ਪਵਿੱਤਰ ਆਤਮਾ ਭੱਜ ਜਾਂਦਾ, ਸ਼ੌਕਤ ਹੋ ਜਾਣਾ, ਪਵਿੱਤਰ ਆਤਮਾ ਨੇ ਫਲਾਨਾ ਹੋ ਜਾਣਾ, ਟਮਕਾਨਾ, ਪਤਾ ਨਹੀਂ ਕਿਹੜੀਆਂ ਗੱਲਾਂ, ਅਤੇ ਇਹਨਾਂ ਤੋਂ ਉੱਪਰ ਨਹੀਂ ਆਉਣ ਦੇਣਾ ਚਾਹੁੰਦੇ। ਜਾਣੀ ਕਿ ਉਹਨਾਂ ਨੂੰ ਐਂ ਲੱਗਦਾ ਕਿ ਮੈਂ ਕਈ ਪਾਸਟਰਾਂ ਨੂੰ ਦੇਖਦਾ ਕਿ ਉਹ ਆਪਣੇ ਬਾਰੇ ਦੱਸੀ ਜਾਂਦੇ, ਮੇਰੀ ਕੀਤੀ ਪ੍ਰੋਫੈਸੀ ਪੂਰੀ ਹੋ ਗਈ, ਮੈਂ ਜੀ ਐਂ ਗੈਰ ਭਾਸ਼ਾ ਬੋਲੋ, ਪਤਾ ਨਹੀਂ ਕੀ ਬੋਲੋ ਜੀ। ਇਹ ਮਤਲਬ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਕੋਲ ਗੈਰ ਭਾਸ਼ਾ ਦਾ ਵਰਦਾਨ ਨਹੀਂ ਹੈਗਾ, ਜਾਂ ਤੁਹਾਡੇ ਕੋਲ ਤੁਹਾਡੀ ਕੀਤੀ ਪ੍ਰੋਫੈਸੀ ਪੂਰੀ ਨਹੀਂ ਹੋਈ, ਇਹ ਜ਼ਰੂਰੀ ਨਹੀਂ ਹੈਗਾ। ਆਪਾਂ ਕੀ ਆ, ਸਟੂਡੈਂਟ ਆ, ਪਰਮੇਸ਼ਵਰ ਯਿਸੂ ਮਸੀਹ ਦੇ ਸਟੂਡੈਂਟ ਆ। ਜਦੋਂ ਅਸੀਂ ਸਟੱਡੀ ਕਰ ਲਈ ਬਾਈਬਲ ਦੇ ਵਿੱਚ, ਫਿਰ ਅਸੀਂ ਸਟੂਡੈਂਟ ਨਹੀਂ ਹੈਗੇ, ਫਿਰ ਅਸੀਂ ਖੁਦ ਇੱਕ, ਜਿੱਦਾਂ ਕਿ ਅਸੀਂ ਜਦੋਂ MA BA ਕਰਕੇ ਕੋਈ ਜੋਬ ਨਹੀਂ ਮਿਲਦੀ, ਅਸੀਂ ਪ੍ਰਾਈਵੇਟ ਬੱਚਿਆਂ ਨੂੰ ਪੜ੍ਹਾਉਣ ਲੱਗ ਪੈਂਦੇ ਹਾਂ, ਫਿਰ ਅਸੀਂ ਕੀ ਇੱਕ ਟੀਚਰ ਬਣ ਜਾਂਦੇ ਹਾਂ। ਅਸੀਂ ਹੁਣ ਬੱਚੇ ਥੋੜ੍ਹਾ ਆ, ਪ੍ਰਭੂ ਯਿਸੂ ਮਸੀਹ ਦੇ ਗੁਲਾਮ ਨੂੰ ਅਸੀਂ ਜਾਣ ਲਿਆ ਆ। ਪਰਮੇਸ਼ਵਰ ਨੇ ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਆ, ਜਦੋਂ ਤੁਹਾਨੂੰ ਇੱਦਾਂ ਹੀ ਲੱਗੀ ਜਾਂਦਾ ਕਿ ਪਵਿੱਤਰ ਆਤਮਾ ਚੱਲ ਜਾਣਾ ਤੁਹਾਡੇ ਕੋਲ, ਇਹਦਾ ਮਤਲਬ ਤੁਹਾਡਾ ਬ੍ਰੇਨ ਵਾਸ਼ ਆ,
ਕਿਸੇ ਦਾ ਵੀ ਮੇਰਾ ਵੀ ਚਾਹੇ। ਇਹਦਾ ਮਤਲਬ ਕਰੂਸ ਦੀ ਕਥਾ ਤੁਹਾਨੂੰ ਸਮਝ ਨਹੀਂ ਆਈ ਹੈਗੀ। ਕਰੂਸ ਦਾ ਉਹ ਦੁੱਖ ਯਿਸੂ ਮਸੀਹ ਨੇ ਜੋ ਝੱਲਿਆ, ਯਿਸੂ ਮਸੀਹ ਨੇ ਕਿਹੜੇ ਪਵਿੱਤਰ ਆਤਮਾ ਦੀ ਗੱਲ ਕੀਤੀ, ਉਹ ਕਿਹੜੇ ਨਗਰ ਨੂੰ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਇਸ ਨਗਰ ਤੋਂ ਬਾਹਰ ਨਾ ਜਾਇਓ, ਉਹ ਕਿਹੜਾ ਨਗਰ ਆ, ਉਹ ਸਾਰਾ ਸਾਡੇ ਨਾਲ ਹੀ ਬੀਤਦਾ ਜਾਂਦਾ। ਸਾਨੂੰ ਆਉਣਾ ਪਤਾ ਹੋਣਾ ਚਾਹੀਦਾ ਭਾਈ ਇਹ ਕਿੱਥੇ ਗੱਲ ਕਿਸ ਤਰੀਕੇ ਨਾਲ ਸਾਡੇ ਤੇ ਇਹ ਫਿੱਟ ਹੁੰਦੀ ਆ। ਸੋ ਲੰਬਾ ਨਾ ਕਰਦੇ ਹੋਏ ਮੈਂ ਅੱਗੇ ਬੋਲਣਾ ਚਾਹੁੰਦਾ ਹਾਂ। ਤੇ ਲਾਸਟ ਪੈਰਾ ਆ, ਵੇ ਤੂੰ ਤੀਰਥ ਸਥਾਨਾਂ ਉਤੇ ਪਾਣੀਆਂ ਚ ਨਹਾਵੇ, ਵੇ ਤੂੰ ਤੀਰਥ ਸਥਾਨਾਂ ਉਤੇ ਪਾਣੀਆਂ ਚ ਨਹਾਵੇ, ਉਹਦਾ ਕਰੇ ਨਾ ਯਕੀਨ ਜਿਹੜਾ ਲੈਣ ਤੈਨੂੰ ਆਵੇ, ਉਹਦਾ ਕਰੇ ਨਾ ਯਕੀਨ ਜਿਹੜਾ ਲੈਣ ਤੈਨੂੰ ਆਵੇ, ਨਵਾਂ ਸਿਰਾ ਉਹ ਦਿਖਾਵੇ, ਸਿਰਾ ਉਹ ਦਿਖਾਵੇ ਜ਼ਿੰਦਗੀ ਨੂੰ ਪਾਉਣ ਦਾ, ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ, ਤੂੰ ਰਾਹ ਕਿਹੜੇ ਵੱਲ ਜਾਣਾ ਇਹ ਨਹੀਂ ਪਹਿਚਾਣਦਾ। ਸੋ ਜੋ ਇਹ ਮੈਂ ਲਾਸਟ ਵਿੱਚ ਲਿਖਿਆ, ਅੱਜ ਅਸੀਂ ਦੇਖਦੇ ਹਾਂ ਕਿ ਅੰਨ ਜਾਤੀ ਦੇ ਲੋਕ ਕਦੇ ਤੀਰਥ ਸਥਾਨਾਂ 'ਤੇ ਨਹਾਉਣ ਜਾਂਦੇ, ਪਾਣੀ 'ਚ ਨਹਾਉਂਦੇ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਾਣੀਆਂ ਦੇ ਵਿੱਚ ਨਹਾ ਕੇ ਸਾਡੇ ਪਾਪ, ਉਹ ਤੁਹਾਡੇ ਪਾਪ ਨਹੀਂ ਲੈਣੇ, ਤੁਹਾਡੀ ਬਾਹਰ ਦੀ ਮੈਲ ਉਹ ਵੀ ਸਿਰਫ ਉਗਲ ਜਾਣੀ ਆ, ਹੱਥ ਮਾਰਨਾ ਪੈਣਾ ਮੈਲ ਲਾਉਣ ਨੂੰ ਵੀ। ਇੱਦਾਂ ਨਹੀਂ ਕਿ ਨਹਾ ਲਿਆ ਚੁੱਭੀ ਲਾ ਲਈ ਤੇ ਮੁੜ ਕੇ ਡਸਟ ਨੂੰ ਤੁਸੀਂ ਕਲੀਨ ਕਰਨ ਦੇ ਲਈ ਹੱਥ ਹੀ ਨਹੀਂ ਟੱਚ ਨਹੀਂ ਕੀਤਾ, ਸਾਬਣ ਨਹੀਂ ਲਾਇਆ। ਤੇ ਯਿਸੂ ਮਸੀਹ ਦਾ ਲਹੂ ਆ ਜਿਹੜਾ ਅਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਲੈਂਦੇ ਆ, ਉਹ ਸਿਰਫ ਇੱਕ ਸਾਡੀ ਇੱਕ ਉਹ ਪਾਣੀ ਦੇ ਵਿੱਚ ਬੈਠ ਕੇ ਬਾਹਰ ਆਣਾ, ਉਹ ਕੀ ਆ ਜਿਸ ਤਰ੍ਹਾਂ ਪਾਣੀ ਦਾ ਡੱਬਾ ਪਾ ਲਿਆ ਉਹ ਮਿੱਟੀ ਨੂੰ, ਉਹ ਸਾਡੀ ਜਿਹੜੀ ਡਸਟ ਆ ਉਹਨੂੰ ਉਗਲਾਉਣ ਵਾਸਤੇ ਆ ਸਿਰਫ, ਨਾ ਕਿ ਉਸੇ ਵੇਲੇ ਸਾਰਾ ਕੁਝ। ਸਾਬਣ ਕੀ ਆ? ਯਿਸੂ ਮਸੀਹ ਦਾ ਪਵਿੱਤਰ ਲਹੂ, ਮਨ ਫਿਰਾਓ, ਉਹ ਸਾਡੀ ਦੇਹ ਨੂੰ ਲਹੂ, ਕੱਲਾ ਲਹੂ ਥੋੜਾ ਕਿ ਮੈਂ ਆਇਲ ਲੈ ਲਿਆ, ਕੁਛ ਪ੍ਰਭੂ ਦੇ ਪਾਸ ਦਾਸ ਤੋਂ ਪ੍ਰਾਰਥਨਾ ਕਰਾ ਲਈ, ਇਹ ਸਭ ਵਿਅਰਥ ਆ, ਇਹ ਕੁਛ ਨਹੀਂ ਹੈਗਾ। ਕਿੰਨੀਆਂ ਮਰਜ਼ੀ ਪ੍ਰਾਰਥਨਾ ਕਰਾ ਲਓ, ਕਿੰਨਾ ਮਰਜ਼ੀ ਆਇਲ ਲਾ ਲਓ, ਸਾਰਾ ਦਿਨ ਅਨੰਟਿੰਗ ਆਇਲ 'ਚ ਬਹਿ ਜਾਓ, ਤੁਹਾਡਾ ਕੁਛ ਨਹੀਂ ਹੋਣਾ। ਪ੍ਰਭੂ ਦੇ ਕਰੂਸ ਨੂੰ ਫੜ ਕੇ ਬਹਿ ਜਾਓ, ਚਾਹੇ ਤੁਸੀਂ ਕਿਸੇ ਪਾਸਟਰ ਅੰਕਨੂਲਾ ਦੇ ਕੱਪੜੇ ਪਾ ਲਓ, ਪਾਸਟਰ ਵਿਜਿੰਦਰ ਦੇ ਪਾ ਲਓ, ਤੁਹਾਡਾ ਕੁਛ ਨਹੀਂ ਹੋਣਾ। ਯਿਸੂ ਮਸੀਹ ਨੂੰ ਖੁਦ ਤੁਸੀਂ ਜਾ ਕੇ ਜੱਫੀ ਪਾ ਲਓ, ਤੁਹਾਡਾ ਕੁਛ ਨਹੀਂ ਹੋਣਾ ਜਦੋਂ ਤੱਕ ਤੁਸੀਂ ਆਪਣੇ ਮਨ ਨਹੀਂ ਫਰਾਉਂਦੇ। ਪ੍ਰਭੂ ਯਿਸੂ ਮਸੀਹ ਛੁਟਕਾਰਾ ਸਿਰਫ ਉਹਨਾਂ ਨੂੰ ਦਿੰਦਾ ਸੀਗਾ, ਜਿਸ ਤਰ੍ਹਾਂ ਬਾਣੀ ਲਾਸਟ ਵਿੱਚ ਦੱਸਦੀ ਹੈ ਪਵਿੱਤਰ ਗ੍ਰੰਥ ਯਿਸੂ ਮਸੀਹ ਦਾ, ਕਿ ਜਦੋਂ ਉਸ ਚੋਰ ਨੇ ਕਿਹਾ ਕਿ ਸੱਚਮੁੱਚ ਤੂੰ ਪਰਮੇਸ਼ਵਰ ਦਾ ਪੁੱਤਰ ਆ, ਜਦ ਕਿ ਕਹਿੰਦਾ ਮੈਂ ਗੁਨਾਹ ਕੀਤੇ, ਮੈਂ ਪਾਪ ਕੀਤੇ, ਫਿਰ ਮੈਂ ਤੇਰੇ ਨਾਲ, ਤੈਨੂੰ ਵੀ ਮੇਰੇ ਬਰਾਬਰ ਸਜ਼ਾ, ਮੈਨੂੰ ਵੀ ਉਹੀ ਸਜ਼ਾ। ਕਹਿੰਦਾ ਕਿ ਯਾਰ ਉਹ ਆਪਣੇ ਪਾਪਾਂ ਤੋਂ ਪਛਤਾਇਆ, ਉਹਨੇ ਮਨ ਫਰਾਇਆ, ਕਹਿੰਦਾ ਕਿ ਪ੍ਰਭੂ ਮੈਨੂੰ ਇੱਕ ਮੌਕਾ ਦੇ ਕਿ ਮੈਂ ਉਸ ਰਾਜ ਦੇ ਵਿੱਚ ਤੇਰੇ ਨਾਲ ਜਾਵਾਂ। ਮਨ ਫਰਾਓ ਹੀ ਇੱਕ ਨਵਾਂ ਲਿਖਿਆ, ਕਹਿੰਦਾ ਨਵਾਂ ਸਿਰਾ ਉਹ ਦਿਖਾਵੇ, ਸਿਰਾ ਉਹ ਦਿਖਾਵੇ ਜ਼ਿੰਦਗੀ ਨੂੰ ਪਾਉਣ ਦਾ। ਯਿਸੂ ਮਸੀਹ ਜ਼ਿੰਦਗੀ ਨੂੰ ਪਾਉਣ ਦਾ ਇੱਕ ਨਵਾਂ ਰਸਤਾ ਦਿਖਾਉਂਦਾ। ਹੁਣ ਉਹ ਚੋਰ ਦੀ ਤਰ੍ਹਾਂ ਥੋੜ੍ਹਾ ਕਰਨਾ ਸੀ ਕਿ ਚੋਰ ਤਾਂ ਕਰੂਸ 'ਤੇ ਲਟਕਦਾ ਸੀ ਅਤੇ ਪ੍ਰਭੂ ਨੇ ਉਹਨੂੰ ਛੁਟਕਾਰਾ ਦਿੱਤਾ ਕਿ ਹੁਣ ਇੱਦਾਂ ਸੋਚ ਲਈਏ ਕਿ ਜਿੱਦਣ ਮੈਂ ਬੈੱਡ 'ਤੇ ਹੋਵਾਂ, ਮੈਂ ਮਰਨ ਲੱਗਾ, ਕਿ ਪ੍ਰਭੂ ਅੱਜ ਮੈਨੂੰ ਸਵਰਗ ਰਾਜ 'ਚ ਲੈ ਜਾ। ਸਾਰੀ ਜ਼ਿੰਦਗੀ ਸਾਨੂੰ ਬਚਣ ਦਾ ਪਤਾ ਲੱਗ ਗਿਆ, ਉਸ ਬੰਦੇ ਨੂੰ ਤਾਂ ਪਤਾ ਨਹੀਂ ਸੀ ਬਚਣ ਦਾ, ਕਿਉਂਕਿ ਉਹਦੇ ਅੰਦਰ ਇੱਕ ਉਧਾਰ ਨਹੀਂ ਸੀ ਆਇਆ। ਸਾਡੇ ਤਾਂ ਮਨ 'ਚ ਪਰਮੇਸ਼ਵਰ ਇੰਨਾ ਕਹਿੰਦਾ ਤੁਸੀਂ ਰੋਜ਼ ਜਾਂਦੇ ਚਰਚਾਂ 'ਚ ਜਾਂਦੇ ਆ, ਹੁਣ ਤੁਹਾਡੇ ਅੰਦਰ ਉਹ ਆਤਮਾ ਉਜਾਲਾ ਕਰਦਾ, ਸਾਨੂੰ ਦਿਖਾਉਂਦਾ। ਅਤੇ ਮੈਂ ਅੰਨ ਜਾਤੀ ਵਾਸਤੇ ਗੱਲ ਕਰਦਾ ਸੀਗਾ ਕਿ ਤੀਰਥਾਂ 'ਤੇ ਜਾ ਕੇ ਨਹਾਉਂਦੇ ਆ ਜਾਂ ਮੱਥੇ ਟੇਕਦੇ ਆ, ਉਹ ਪੰਡਤਾਂ ਦੇ ਮੂਹਰੇ ਮੱਥੇ ਰਗੜੀ ਜਾਂਦੇ, ਕਦੇ ਕਿਤੇ ਪਤਾ ਨਹੀਂ ਕੀ ਮੈਂ ਗੱਲਾਂ ਕਰਾਂ ਤਾਂ ਕੋਈ ਆਪਣੇ ਸੰਗਲ ਮਾਰੀ ਜਾਂਦਾ, ਕੋਈ ਨੱਕ ਰਗੜ ਕੇ ਉੱਪਰ ਪਹਾੜੀਆਂ 'ਤੇ ਜਾਂਦਾ, ਕੋਈ ਸੁੱਖਣਾ ਸੁੱਖ ਲੈਂਦਾ, ਲੰਗਰ ਲਾਉਣ ਦੀ, ਕੋਈ ਪਤਾ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਵੀ ਪਤਾ ਆ, ਬਿਆਨ ਤੋਂ ਬਾਹਰ ਆ। ਅਤੇ ਇਹ ਸਭ ਕੁਝ ਵਿਅਰਥ ਆ। ਦੇਖੋ ਜਦੋਂ ਅਸੀਂ ਗੁਨਾਹਗਾਰ ਆ ਨਾ, ਜਦੋਂ ਅਸੀਂ ਕਿਸੇ ਕੋਰਟ 'ਚ ਜਾਂਦੇ ਆ ਤਾਂ ਸਾਨੂੰ ਵਕੀਲ ਦੀ ਜ਼ਰੂਰਤ ਪੈਂਦੀ ਆ, ਅਤੇ ਜਦੋਂ ਅਸੀਂ ਆਪਣਾ ਮੁਕੱਦਮਾ ਨਹੀਂ ਦੱਸਣਾ ਹੈਗਾ, ਵਕੀਲ ਨੂੰ ਕਿੱਦਾਂ ਪਤਾ ਲੱਗ ਜਾਊਗਾ ਸਾਡੇ ਮੁਕੱਦਮੇ ਬਾਰੇ ਮੈਂ ਕੀ ਕੀਤਾ ਕੀ ਨਹੀਂ। ਜਦੋਂ ਅਸੀਂ ਆਪਣੇ ਗੁਨਾਹਾਂ ਨੂੰ ਕਬੂਲ ਕਰ ਲਿਆ, ਅਤੇ ਜਿਹੜਾ ਜੱਜ ਬੈਠਾ ਨਾ ਜੱਜਮੈਂਟ ਵਾਲਾ, ਯਿਸੂ ਮਸੀਹ ਸਾਡਾ ਵਕੀਲ ਆ, ਯਹੋਵਾ ਪ੍ਰਭੂ ਸਾਡੇ ਲਈ ਜੱਜ ਬੈਠਾ ਇੱਕ, ਪਰ ਜਿਹੜਾ ਐਂਟੀ ਕ੍ਰਾਈਸਟ ਹੈ ਨਾ ਉਹ ਸ਼ੈਤਾਨ ਵਾ। ਅਸੀਂ ਜਦੋਂ ਵਕੀਲ ਹੀ ਡੁਪਲੀਕੇਟ ਰੱਖ ਲਏ ਆ, ਪੰਡਤ ਬੋਦੀਆਂ ਸ਼ੋਦੀਆਂ ਵਾਲੇ, ਤਾਂ ਫਿਰ ਸਮਝ ਲਓ ਨਰਕ ਦੀ ਅੱਗ 'ਚ ਹੀ ਆ, ਹੈ ਨਾ।
ਕਹਿੰਦਾ ਵੀ ਤੂੰ ਤੀਰਥ ਸਥਾਨਾਂ ਉੱਤੇ ਪਾਣੀਆਂ 'ਚ ਨਹਾਵੇ, ਉਹਦਾ ਕਰੇ ਨਾ ਯਕੀਨ ਜਿਹੜਾ ਲੈਣ ਤੈਨੂੰ ਆਵੇ। ਯਿਸੂ ਮਸੀਹ ਸਾਨੂੰ ਲੈਣ ਆ ਰਿਹਾ ਆ, ਅਸੀਂ ਆਪਣੇ ਆਪ ਨੂੰ ਤਿਆਰ ਕਰਨਾ, ਉਸ ਡਸਟ ਤੋਂ ਕਲੀਨ ਕਰਨਾ। ਅਗਰ ਅਸੀਂ ਕੋਈ ਗੁਨਾਹ ਕੀਤਾ ਨਾ, ਯਿਸੂ ਮਸੀਹ ਇੱਦਾਂ ਨਹੀਂ ਕਿ ਸਾਨੂੰ ਉਸ ਕੋਰਟ ਦੇ ਵਿੱਚ ਉਹ ਬਿਲਕੁਲ ਬਰੀ ਕਰਾ ਦੂੰਗਾ। ਪਰਮੇਸ਼ਵਰ ਤੋਂ ਸਾਨੂੰ ਬਣਦੀ ਸਜ਼ਾ ਮਿਲੂਗੀ। ਇੱਦਾਂ ਨਹੀਂ ਕਿ ਪ੍ਰਭੂ ਕਹਿੰਦਾ ਕਿ ਮੈਂ ਪੱਖਪਾਤ ਨਹੀਂ ਕਰਦਾ, ਚਾਹੇ ਧਰਮੀ ਹੋਵੇ ਚਾਹੇ ਕੁਧਰਮੀ। ਉਹਨੇ ਸਾਨੂੰ ਪਹਿਲੀ ਸਜ਼ਾ ਦੇ ਦਿੱਤੀ। ਧਰਮੀ ਬੰਦੇ ਨੂੰ ਕੀ ਆ, ਜੇ ਮੈਂ ਕੋਈ ਗੁਨਾਹ ਕੀਤਾ ਮੇਰੇ 'ਤੇ ਇੱਕ ਬੁਰਾ ਸਮਾਂ ਆ ਜਾਣਾ। ਬਾਣੀ ਦੱਸਦੀ ਆ ਜਦੋਂ ਰਾਜਾ ਹਿਜ਼ਕੀਆਂ ਨੇ ਪਰਮੇਸ਼ਵਰ ਤੇ ਉਹ ਚਲਾਕੀ ਨਾਲ ਉਮਰਤਾ ਲੈ ਲਈ, ਪ੍ਰਾਰਥਨਾ ਕਰ ਕਰ ਰੋ ਰੋ, ਜਦੋਂ ਉਹਨੇ ਪਾਪ ਕੀਤਾ ਕਹਿੰਦਾ ਲੈ ਹੁਣ ਕੀ। ਜਦੋਂ ਉਹਨੂੰ ਯਸ਼ਾਇਆ ਨਬੀ ਆ ਕੇ ਦੱਸਦਾ ਕਿ ਤੂੰ ਪਾਪ ਕੀਤਾ, ਤੂੰ ਪਰਮੇਸ਼ਵਰ ਦੇ ਸਾਰੇ ਬਸਤਰ ਭਾਂਡੇ ਜਾਂ ਹੋਰ ਚੀਜ਼ਾਂ ਸਾਰੀਆਂ ਤੂੰ ਉਸ ਗੈਰ ਲੋਕਾਂ ਨੂੰ ਦਿਖਾੜਤੀਆਂ, ਇਹ ਤੂੰ ਪਾਪ ਕੀਤਾ। ਉਹ ਕਹਿੰਦਾ ਇਹ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਮੇਰੀ ਜ਼ਿੰਦਗੀ ਪੂਰੀ ਆ। ਕਹਿੰਦਾ ਪਰਮੇਸ਼ਵਰ ਦਾ ਬਚਨ ਇਹ ਕਹਿੰਦਾ ਕਿ ਤੇਰੀਆਂ ਆਉਣ ਵਾਲੀਆਂ ਤੇਰੇ ਦੇ ਆਉਣ ਵਾਲੀ ਪੀੜ੍ਹੀ ਇੱਥੇ ਤੱਕ ਕਿ 7 ਪੀੜ੍ਹੀਆਂ ਤੱਕ ਕਹਿੰਦਾ ਸ਼ਰਾਪ ਰਹੂੰਗਾ। ਤੇਰੇ ਲੋਕ ਆ ਨਾ ਜਿਹੜੇ ਉਹ ਖੁਸਰੇ ਬਣਨਗੇ। ਖੁਸਰੇ ਪ੍ਰਭੂ ਯਿਸੂ ਮਸੀਹ ਨੇ ਬਿਆਨ ਕੀਤਾ, ਖੁਸਰੇ 3 ਤਰ੍ਹਾਂ ਦੇ ਆ। ਇੱਕ ਗਰਭ ਤੋਂ ਪੈਦਾ ਹੁੰਦੇ ਆ, ਇੱਕ ਲੋਕਾਂ ਦੁਆਰਾ ਬਣਾ ਦਿੱਤੇ ਗਏ, ਇੱਕ ਗਰਭ ਤੋਂ ਪੈਦਾ ਹੋਏ, ਇੱਕ ਆਪਣੀ ਮਰਜ਼ੀ ਨਾਲ ਬਣ ਗਏ। ਜਿੱਦਾਂ ਹੁਣ ਉਹ ਲੋਕ ਕੀ ਸੀ, ਜਿੰਨੇ ਆ ਦਾਨੀਅਲ ਹੋ ਗਿਆ, ਸ਼ਦਰਕ ਮੇਸ਼ਕ ਅਬਦਨਗੋ, ਉਹ ਕੀ ਸੀਗੇ, ਉਹਨਾਂ ਨੂੰ ਇੱਕ ਉਹੀ ਹੋ ਗਿਆ ਜਿੱਦਾਂ ਕਿ ਖੁਸਰੇ ਵਿਚਾਰੇ, ਉਹਨਾਂ ਦੀ ਕਿਹੜਾ ਮੈਰਿਜ ਹੁੰਦੀ ਹੈ ਨਾ, ਇੱਕ ਬੰਦਾ ਐ ਕਿ ਰਹਿ ਜਾਂਦਾ ਕਿ ਉਹ ਖੁਸਰਿਆਂ ਦੀ ਤਰ੍ਹਾਂ, ਮਤਲਬ ਵਿਆਖਿਆ ਸੀਗੀ ਖੁਸਰਿਆਂ ਦੀ ਤਰ੍ਹਾਂ ਹੋ ਜਾਣਾ ਹਾਲ। ਬਿਨਾਂ ਵਿਆਹੋ ਤੁਸੀਂ ਗੁਲਾਮੀ ਕਰੋਗੇ, ਦੁੱਖ ਝੱਲੋਗੇ, ਤੁਹਾਡੇ ਵਿਆਹ ਨਹੀਂ ਹੋਣੇ ਤੁਹਾਡੀ ਆਉਣ ਵਾਲੀ ਨਸਲ ਦੇ। ਤੇ ਉਹ ਦੇਖੋ ਫਿਰ ਇੱਦਾਂ ਤਾਂ ਹੈ ਨਹੀਂ ਕਿ ਦਾਨੀਅਲ ਨੂੰ ਇਸ ਚੀਜ਼ ਨੂੰ ਝੱਲਿਆ ਨਹੀਂ। ਜੇ ਪਰਮੇਸ਼ਵਰ ਦੀ ਕਚਹਿਰੀ ਦੇ ਵਿੱਚ ਸਜ਼ਾ ਸੁਣਾਈ ਗਈ ਤਾਂ ਸਜ਼ਾ ਸਾਨੂੰ ਪੂਰੀ ਮਿਲਣੀ ਆ। ਪਰ ਹਾਂ, ਉਹ ਸਜ਼ਾ ਨੂੰ ਤੁਸੀਂ ਚੱਲਦੇ ਆਪਣੇ ਕੰਟਰੋਲ 'ਚੋਂ, ਇਹਦਾ ਮਤਲਬ ਇਹ ਨਹੀਂ ਕਿ ਦਾਨੀਅਲ ਜਾਂ ਸ਼ਦਰਕ ਮੇਸ਼ਕ ਅਬਦਨਗੋ ਉਹ ਪਾਪ 'ਚ ਚੱਲ ਗਏ, ਉਹ ਉਹਨਾਂ ਦੇ ਦੇਵਤਿਆਂ 'ਚ ਰਲ ਗਏ। ਨਹੀਂ, ਉਹ ਪਰਮੇਸ਼ਵਰ ਦੇ ਹੀ ਵਫਾਦਾਰ ਰਹੇ। ਤੇ ਉਸ ਤੋਂ ਬਾਅਦ ਕਿੱਡਾ ਵੱਡਾ ਨਿਖਾਰ ਹੋਇਆ ਕਿ ਪ੍ਰਭੂ ਯਿਸੂ ਮਸੀਹ ਦੇ ਉਸ ਰੂਪ ਨੇ ਆ ਕੇ ਜਦੋਂ ਸਵਰਗਦੂਤ ਆ ਕੇ ਦੱਸਦਾ ਹੈ ਉਸ ਨੂੰ ਕਿ ਇਹ ਪ੍ਰਕਾਸ਼ ਦੀ ਪੋਥੀ ਜਿਹੜੀ ਲਿਖੀ ਗਈ ਹੈ ਨਾ, ਅੰਤ ਦਾ ਸਮਾਂ ਦਾਨੀਅਲ ਨੂੰ ਪਹਿਲਾਂ ਹੀ ਪਤਾ ਸੀਗਾ, 10 ਸਵਰਗਦੂਤ ਨੇ। ਸੋ ਸਾਰਿਆਂ ਨੂੰ ਜੈ ਮਸੀਹ ਦੀ। ਸੋ ਜੋ ਮੇਰੀ ਵਿਆਖਿਆ ਹੈ ਇਹ ਸਭ ਨਾਲ ਆ, ਨਾ ਕਿ ਕਿਸੇ ਮੇਰੇ ਦੋਸਤ ਨਾਲ, ਮੇਰੇ ਆਪਣੇ ਆਪ ਨਾਲ ਵੀ। ਸੋ ਆਪ ਦੇਖੋ ਕ੍ਰਾਈਸਟ ਹਮੇਸ਼ਾ ਸਾਡੇ ਨਾਲ ਆ, ਇਹ ਵਫਾਦਾਰ ਆ। ਇਹ ਕ੍ਰਾਈਸਟ ਆ, ਇਹ ਸਾਡੇ ਪਾਪਾਂ ਨੂੰ ਚੁੱਕ ਚੁੱਕਿਆ ਆ। ਇਹ ਲੱਕੜ ਦੀ ਗੱਲ ਨਹੀਂ ਕਰਦਾ ਮੈਂ, ਉਸ ਕ੍ਰਾਈਸਟ ਯਿਸੂ ਮਸੀਹ ਦੀ। ਲੱਕੜ ਨੇ ਤਾਂ ਸਿਰਫ ਬੋਝ ਚੱਕਿਆ। ਲੱਕੜ ਦਾ ਇੱਕ ਮੈਂ ਭਜਨ ਸੁਣਿਆ ਸੀਗਾ ਪਿੱਛੇ ਜੇ, ਕਹਿੰਦਾ ਲੱਕੜ ਸਲੀਬ ਦੀ। ਤੇ ਇਹ ਬੜਾ ਵਧੀਆ ਗਾਣਾ ਲੱਕੜ ਸਲੀਬ ਦੀ, ਤੁਸੀਂ ਸਰਚ ਕਰ ਸਕਦੇ ਆ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਬੜਾ ਮਜ਼ੇਦਾਰ ਗਾਣਾ ਸੀਗਾ ਕਿ ਮਤਲਬ ਪਰਮੇਸ਼ਵਰ ਨੇ ਤੇਰੀ ਕੀ ਮਹਿਮਾ ਬਣਾਤੀ ਹੈ, ਲੱਕੜ ਸਲੀਬ ਦੀ, ਤੇਰਾ ਨਾਮ ਕਰਤਾ ਦੁਨੀਆ ਦੇ ਉੱਤੇ, ਤੇਰੀ ਲੋਕ ਅੱਜ ਤੈਨੂੰ ਦੇਖਦੇ ਆ, ਖੁਸ਼ ਹੁੰਦੇ ਆ, ਹਰ ਜਗ੍ਹਾ ਤੇ ਕ੍ਰਾਈਸਟ ਦਾ ਨਿਸ਼ਾਨ ਲੱਗਾ ਹੁੰਦਾ। ਇੱਥੋਂ ਪਹਿਚਾਣ ਆ ਕਿ ਅਸੀਂ ਮਸੀਹੀ ਆ। ਸੋ ਸਾਰਿਆਂ ਨੂੰ ਜੈ ਮਸੀਹ ਦੀ, ਪ੍ਰੇਜ਼ ਦਾ ਲਾਰਡ।